ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦਾ ਜੋ ਟੌਪਿਕ ਹੈਗਾ ਉਹ ਹੈਗਾ ਬਸ ਆਰਗੇਨਾਈਜੇਸ਼ਨ ਆਫ 8085। 8085 ਇੱਕ ਐਵੇਂ ਦਾ ਮਾਈਕਰੋ ਪ੍ਰੋਸੈਸਰ ਸੀਗਾ ਜਿਹਨੇ ਮਾਈਕਰੋ ਪ੍ਰੋਸੈਸਰਸ ਦੀ ਦੁਨੀਆ ਦੇ ਵਿੱਚ ਇੱਕ ਰੈਵੋਲਿਊਸ਼ਨ ਕ੍ਰੀਏਟ ਕੀਤਾ ਸੀਗਾ। 8085 ਤੋਂ ਪਹਿਲਾਂ ਜਿੰਨੇ ਵੀ ਮਾਈਕਰੋ ਪ੍ਰੋਸੈਸਰ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਤਵੱਜੋ ਨਹੀਂ ਦਿੱਤੀ ਜਾਂਦੀ ਸੀਗੀ, ਜਿਵੇਂ ਕਿ 4004 ਜਾਂ 8008। ਇਹ ਜਿਹੜੇ ਮਾਈਕਰੋ ਪ੍ਰੋਸੈਸਰ ਸੀ ਇਹਨਾਂ ਦੀ ਐਫੀਸ਼ੀਐਂਸੀ ਜਾਂ ਇਹਨਾਂ ਦੀ ਪ੍ਰੋਸੈਸਿੰਗ ਇੰਨੀ ਵਧੀਆ ਨਹੀਂ ਸੀਗੀ ਜਿਹਦੇ ਨਾਲ ਕਿ ਮਾਈਕਰੋ ਪ੍ਰੋਸੈਸਰਸ ਨੂੰ ਰਿਕੋਗਨੀਸ਼ਨ ਮਿਲ ਸਕੇ, ਮਤਲਬ ਪਹਿਚਾਣ ਮਿਲ ਸਕੇ। 8085 ਐਵੇਂ ਦਾ ਪਹਿਲਾ ਮਾਈਕਰੋ ਪ੍ਰੋਸੈਸਰ ਸੀਗਾ ਕਿ ਜਿਹਨੇ ਇੱਕ ਤਰੀਕੇ ਦੀ ਪਹਿਚਾਣ ਕ੍ਰੀਏਟ ਕੀਤੀ ਮਾਈਕਰੋ ਪ੍ਰੋਸੈਸਰ ਲਈ, ਉਹਨਾਂ ਦੀ ਇੰਪੋਰਟੈਂਸ ਵਧਾਈ, ਉਹਨਾਂ ਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਇਹ ਕਿੰਨੇ ਵਧੀਆ ਚੀਜ਼ ਹੈ ਤੇ ਕਿੰਨਾ ਕੈਪੇਬਿਲਿਟੀ ਹੈਗੀ ਹੈ ਇੱਕ ਮਾਈਕਰੋ ਪ੍ਰੋਸੈਸਰ 'ਚ ਕੰਮ ਕਰਨ ਦੀ। ਇਸ ਤੋਂ ਬਾਅਦ 'ਚੋਂ ਮਾਈਕਰੋ ਪ੍ਰੋਸੈਸਰ ਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਇਨਕਰੀਜ਼ ਹੋਈ, ਮਾਈਕਰੋ ਪ੍ਰੋਸੈਸਰ ਦੀ ਜਿਹੜੀ ਪਰਚੇਜ਼ ਹੈ ਉਹ ਵੀ ਇਨਕਰੀਜ਼ ਹੋਈ। ਮਤਲਬ 8085 ਆਪਾਂ ਕਹਿ ਸਕਦੇ ਹਾਂ ਇੱਕ ਪਹਿਲਾ ਐਵੇਂ ਦਾ ਮਾਈਕਰੋ ਪ੍ਰੋਸੈਸਰ ਸੀਗਾ ਜਿਹਨੇ ਕਿ ਮਾਈਕਰੋ ਪ੍ਰੋਸੈਸਰਸ ਦੀ ਇੰਪੋਰਟੈਂਸ ਨੂੰ ਬਹੁਤ ਵਧਾ ਦਿੱਤਾ, ਇਨਹਾਂਸ ਕਰ ਦਿੱਤਾ। ਅੱਜ ਆਪਾਂ ਪੜਾਂਗੇ ਕਿ 8085 ਦੇ ਵਿੱਚ ਆਪਾਂ ਕਿੰਨੀਆਂ ਤਰ੍ਹਾਂ ਦੀਆਂ ਬੱਸਿਸ ਨੂੰ ਯੂਜ਼ ਕਰਦੇ ਹਾਂ। ਹੁਣ ਬੱਸਿਸ ਕੀ ਹੁੰਦੀਆਂ, ਜੇ ਤੁਸੀਂ ਇਹ ਜਾਣਨਾ ਹੈਗਾ ਤੇ ਇਸ ਡਿਸਕ੍ਰਿਪਸ਼ਨ ਦੇ ਵਿੱਚ, ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਹੋਊਗਾ ਪ੍ਰੀਵੀਅਸ ਵੀਡੀਓ ਦਾ ਜਿਹਦੇ ਵਿੱਚ ਬੱਸਿਸ ਨੂੰ ਐਕਸਪਲੇਨ ਕੀਤਾ ਗਿਆ ਹੈਗਾ, ਪਲੱਸ ਇੱਕ ਆਈ ਬਟਨ ਦਾ ਆਈਕਨ ਹੈ ਉਹਦੇ ਉੱਪਰ ਵੀ ਮੈਂ ਉਹਦਾ ਲਿੰਕ ਐਡ ਕਰ ਦੂੰਗੀ। ਸਭ ਤੋਂ ਪਹਿਲਾਂ ਆਪਾਂ ਬੱਸ ਨੂੰ ਸਮਝ ਲੈਂਦੇ ਹਾਂ ਕਿ ਬੱਸ ਹੁੰਦੀ ਕੀ ਹੈ। ਜਿਵੇਂ ਕਿ ਆਪਾਂ ਇੱਕ ਨੋਰਮਲ ਬੱਸ, ਟਰੈਵਲਿੰਗ ਬੱਸ ਦੇਖ ਲਈਏ ਜਾਂ ਬੱਸ ਕੋਈ ਵੀ ਬੱਸ ਦੇਖਦੇ ਹਾਂ, ਬੱਸ ਦਾ ਕੰਮ ਕੀ ਹੁੰਦਾ ਹੈ, ਇੱਕ ਜਗ੍ਹਾ ਤੋਂ ਸਮਾਨ ਲੈਂਦੀ ਹੈ ਦੂਸਰੀ ਜਗ੍ਹਾ ਛੱਡਦੀ ਹੈ। ਚਾਹੇ ਉਹ ਬੱਸ ਲੋਕਾਂ ਲਈ ਬਣੀ ਹੋਵੇ, ਚਾਹੇ ਸਮਾਨ ਨੂੰ ਲੈ ਕੇ ਆਉਣ ਜਾਣ ਵਾਸਤੇ ਬਣੀ ਹੋਵੇ, ਉਹਦਾ ਕੰਮ ਹੁੰਦਾ ਇੱਕ ਕਨੈਕਸ਼ਨ ਜੋੜਨਾ, ਦੋ ਸਿਟੀਜ਼ ਨੂੰ, ਦੋ ਸਟੇਟਸ ਨੂੰ, ਦੋ ਜ਼ਿਲ੍ਹਿਆਂ ਨੂੰ ਜਾਂ ਦੋ ਲੋਕੇਸ਼ਨਸ ਨੂੰ ਆਪਸ ਦੇ ਵਿੱਚ ਜੋੜਨਾ। ਸੇਮ ਹੀ ਤਰੀਕੇ ਨਾਲ ਕੰਪਿਊਟਰ ਦੇ ਵਿੱਚ ਜਿਹੜੀਆਂ ਬੱਸ ਹੁੰਦੀਆਂ ਉਹ ਕੰਪਿਊਟਰ 'ਚ ਜਿਹੜੇ ਡਿਫਰੈਂਟ ਕੰਪੋਨੈਂਟਸ ਹੁੰਦੇ ਆ, ਜਿਹੜੇ ਡਿਫਰੈਂਟ ਕੰਪੋਨੈਂਟਸ ਕੀ ਹੁੰਦੇ ਆ, ਜਿਵੇਂ ਕੰਪਿਊਟਰ ਦੇ ਵਿੱਚ CPU ਇੱਕ ਕੰਪੋਨੈਂਟ ਹੈ, ਕੀਬੋਰਡ ਇੱਕ ਕੰਪੋਨੈਂਟ ਹੈ, ਮਾਊਸ ਇੱਕ ਕੰਪੋਨੈਂਟ ਹੈ, ਡਿਸਪਲੇ ਇੱਕ ਕੰਪੋਨੈਂਟ ਹੈ, ਜੇ ਪ੍ਰਿੰਟਰ ਲੱਗਿਆ ਤਾਂ ਪ੍ਰਿੰਟਰ ਇੱਕ ਕੰਪੋਨੈਂਟ ਹੈ, ਮੈਮਰੀ ਇੱਕ ਕੰਪੋਨੈਂਟ ਹੈ। ਇਹਨਾਂ ਕੰਪੋਨੈਂਟਸ ਦੇ ਵਿੱਚ ਯਾਨੀ ਕਿ ਇਹਨਾਂ ਪਾਰਟਸ ਦੇ ਵਿੱਚ ਜਿਹੜੇ ਵੀ ਕੰਪਿਊਟਰ ਦੇ ਨਾਲ ਜੁੜੇ ਹੋਏ ਆ ਉਹਨਾਂ ਦੇ ਵਿੱਚ ਕਨੈਕਸ਼ਨ ਬਣਾਉਣ ਵਾਸਤੇ, ਤਾਂ ਕਿ ਇੱਕ ਦੂਜੇ ਦਾ ਡਾਟਾ, ਇੱਕ ਦੂਜੇ ਨੂੰ ਉਹ ਸਮਾਨ ਪਹੁੰਚਾ ਸਕਣ, ਇੱਕ ਕੰਪੋਨੈਂਟ ਦੂਸਰੇ ਕੰਪੋਨੈਂਟ ਨਾਲ ਗੱਲਬਾਤ ਕਰ ਸਕੇ, ਉਹਨਾਂ 'ਚ ਕਨੈਕਸ਼ਨ ਬਣਾਉਣ ਦੇ ਲਈ ਆਪਾਂ ਕਿਹਦਾ ਯੂਜ਼ ਕਰਦੇ ਹਾਂ, ਬੱਸ ਦਾ ਯੂਜ਼ ਕਰਦੇ ਹਾਂ। ਠੀਕ ਹੈ, ਬੱਸ ਐਗਜ਼ਾਮਪਲ ਦਿੱਤਾ ਗਿਆ ਹੈ, ਜਿਵੇਂ ਕਿ ਬੱਸ ਦਾ ਕੰਮ ਕੀ ਹੈ, ਡਾਟਾ ਨੂੰ ਟਰਾਂਸਫਰ ਕਰਨਾ ਕੰਪੋਨੈਂਟਸ ਦੇ ਵਿੱਚ। ਇਹਨਾਂ ਕੰਪੋਨੈਂਟਸ ਦੇ ਵਿੱਚ ਡਾਟਾ ਟਰਾਂਸਫਰ ਕਰਦੀ ਹੈ, ਚਾਹੇ ਡਾਟਾ ਐਡਰੈਸ ਹੋਵੇ, ਚਾਹੇ ਕੰਟਰੋਲ ਹੋਵੇ, ਚਾਹੇ ਐਕਚੁਅਲ ਡਾਟਾ ਹੋਵੇ। ਡਾਟਾ ਕਿਸੇ ਵੀ ਤਰੀਕੇ ਦਾ ਹੋ ਸਕਦਾ ਹੈ। ਐਗਜ਼ਾਮਪਲ ਦੇ ਤੌਰ 'ਤੇ ਇਹਨਾਂ ਨੇ ਦੱਸਿਆ ਹੈ ਜਿਵੇਂ CPU ਨੇ ਮੈਮਰੀ ਨੂੰ ਕੁਝ ਭੇਜਣਾ ਹੈ ਜਾਂ CPU ਨੇ ਕਿਸੇ ਵੀ ਪੈਰਾਫਿਰਲ ਆਊਟਪੁੱਟ ਡਿਵਾਈਸ ਨੂੰ ਕੁਝ ਭੇਜਣਾ ਹੈ। ਆਊਟਪੁੱਟ ਡਿਵਾਈਸਿਸ ਕਿਹੜੇ ਹੁੰਦੇ ਆ, ਜਿੱਥੇ ਆਪਾਂ ਨੂੰ ਸਕਰੀਨ ਦੇ ਉੱਪਰ ਜਿਵੇਂ ਕੁਝ ਨਜ਼ਰ ਆਉਂਦਾ, ਮੋਨੀਟਰ ਹੋ ਗਿਆ ਤੁਹਾਡਾ, ਸਕਰੀਨ ਦਾ ਡਿਸਪਲੇ ਹੋ ਗਿਆ ਜਾਂ ਪ੍ਰਿੰਟਰ ਹੋ ਗਿਆ, ਇਹ ਆਊਟਪੁੱਟ ਡਿਵਾਈਸਿਸ ਹੁੰਦੇ ਆ। ਡਿਵਾਈਸਿਸ ਨੂੰ ਪੈਰੀਫੇਰਲਸ ਵੀ ਕਿਹਾ ਜਾਂਦਾ ਹੈਗਾ। CPU ਨੇ ਜੇ ਆਊਟਪੁੱਟ ਡਿਵਾਈਸ ਨੂੰ ਕੁਝ ਭੇਜਣਾ ਹੈ ਜਾਂ ਮੈਮਰੀ ਨੂੰ ਕੁਝ ਭੇਜਣਾ ਹੈ, ਉਹਦੇ ਲਈ ਆਪਾਂ ਕੀ ਯੂਜ਼ ਕਰਾਂਗੇ, ਬੱਸ ਯੂਜ਼ ਕਰਾਂਗੇ। ਹੁਣ ਇੱਥੇ ਦੱਸਿਆ ਗਿਆ ਹੈ ਬੱਸ ਦੀ ਬੇਸਿਕਲੀ ਦੋ ਕੈਟਾਗਰੀਜ਼ ਹੁੰਦੀਆਂ, ਸੀਰੀਅਲ ਬੱਸ ਜਾਂ ਪੈਰਲਲ ਬੱਸ। ਐਕਚੁਅਲੀ ਇਹ ਬੱਸ ਦੀ ਕੈਟਾਗਰੀ ਨਹੀਂ ਹੈਗੀ, ਇਹ ਬੱਸ ਕਿਸ ਤਰੀਕੇ ਦਾ ਡਾਟਾ ਸੈਂਡ ਕਰ ਰਹੀ ਹੈ ਉਹਦੇ ਬੇਸ ਤੇ ਆਪਾਂ ਨੂੰ ਬੱਸ ਦੀ ਕੈਟਾਗਰੀ ਬਣਾਈ ਗਈ ਹੈ ਕਿ ਬੱਸ ਜਿਹੜੀ ਹੈ ਉਹ ਸੀਰੀਅਲ ਡਾਟਾ ਭੇਜ ਰਹੀ ਹੈ ਤਾਂ ਉਹਨੂੰ ਸੀਰੀਅਲ ਬੱਸ ਕਿਹਾ ਜਾਊਗਾ, ਜੇ ਬੱਸ ਪੈਰਲਲ ਡਾਟਾ ਭੇਜ ਰਹੀ ਹੈ ਤਾਂ ਉਹਨੂੰ ਪੈਰਲਲ ਬੱਸ ਕਿਹਾ ਜਾਊਗਾ। ਹੁਣ ਸੀਰੀਅਲ ਬੱਸ ਦੇ ਵਿੱਚ ਕਿੰਨੀਆਂ ਲਾਈਨਾਂ ਬਣੀਆਂ ਹੁੰਦੀਆਂ, ਇੱਕ ਲਾਈਨ ਬਣੀ ਹੁੰਦੀ ਹੈ। ਹੁਣ ਜਿੰਨਾ ਵੀ ਡਾਟਾ ਟਰਾਂਸਫਰ ਹੋਣਾ ਹੈ ਉਹ ਇੱਕ ਇੱਕ ਕਰਕੇ ਟਰਾਂਸਫਰ ਹੁੰਦਾ ਹੈ, ਇੱਕ ਹੀ ਲਾਈਨ ਹੈ। ਇੱਕ ਬਿਟ ਦੇ ਪਿੱਛੇ ਦੂਸਰੀ ਬਿਟ ਹੋਊਗੀ, ਦੂਸਰੀ ਬਿਟ ਦੇ ਪਿੱਛੇ ਤੀਸਰੀ ਬਿਟ ਹੋਊਗੀ। ਪਹਿਲਾਂ ਇੱਕ ਬਿਟ ਜਾਊਗੀ, ਫਿਰ ਦੂਸਰੀ ਜਾਊਗੀ, ਫਿਰ ਤੀਸਰੀ ਜਾਊਗੀ।
मतलब एक करके एक जाती है। पैरेलल दे विच सारियां नालों नाल लगियां हुंदियां ते एक साथ आपां एक तो ज़्यादा बिट भेज सकते हैं। ठीक है, एग्जाम्पल इत्थे दिता गया डायग्राम के थ्रू तुहानूं समझ आ जू। जिवें आ सारी लाइन दे विच एक दे पिछे एक लगी है, 0 दे पिछे 1, 1 दे पिछे 0, ते जे बिट जाऊगी एक एक करके जाऊगी। पहला 0 जाऊगी, फिर 0 जाऊगी, फिर 1 जाऊगी, फिर 1, फिर 1, फिर 0, फिर 1, फिर 0। पर पैरेलल दे विच की हुंदा, इन्नियां सारियां पैरेलल लाइन्स, इत्थे कितनियां पैरेलल लाइन्स है? 8 पैरेलल लाइन्स है। मतलब मैं एक साथ आ पहली लाइन पहली 0 भेज दूगी, दूसरी लाइन दूसरी भेज दूगी। मतलब अगर एक बिट नूं भेजण लई मैनूं 1 सैकेंड लगदे आ, इत्थे मैनूं टोटल 8 सैकेंड लगणगे। पहली बिट जाऊगी 1 सैकेंड ले लिया, दूसरी बिट जाऊगी दूसरा सैकेंड, तीसरी बिट तीसरा सैकेंड, चौथी बिट चौथा सैकेंड, पांचवी बिट 5 सैकेंड, 6 बिट, इत्थे 8 बिट है, एवें 8 सैकेंड लग जाएंगे। बट इत्थे मैं 1 ही सैकेंड दे विच 8 दी 8 नूं एक साथ भेज सकदी हां, क्योंकि कितनियां लाइनां पईयां मेरे कोले? 8 लाइनां। जिवें पहले सैकेंड दे विच आ लाइन ते 0 चला जाऊगा, आ लाइन ते 1 चला जाऊगा, आ लाइन ते अगेन 1 चला जाऊगा, एवें सारी दी सारी जिहड़ियां लाइन्स ने वो यूज कर सकते हैं एक साथ। इसलिए पैरेलल ट्रांसमिशन की स्पीड फास्ट हुंदी है, सीरियल ट्रांसमिशन की स्पीड स्लो हुंदी है, क्योंकि एक करके बिट भेजता है। ये ज्यादातर बिट एक साथ ग्रुप दे विच एक साथ सेंड कर सकता है। देखो लाइनां बहुत ज्यादा हुंदियां ने। हुण आपां अगला इसी कंसर्न दे विच आपां डायग्राम देख लैंदे हैं कि बस नूं किस तरीके नाल माइक्रो प्रोसैसर 8085 दे विच यूज किया जांदा गा। 808 माइक्रो प्रोसैसर दी यूनिट है, जिहड़ा एड्रैस यूनिट है वो यूनी डायरैक्शनल है। तुसीं देखो ओहदी एक ही डायरैक्शन है, एरो सिर्फ एक साइड बनया होया है, मतलब एक डायरैक्शन है। डेटा बस यू बोथ साइडेड है, मतलब यू बाई डायरैक्शनल। बाई दा मतलब हुंदा दो, यूनी दा मतलब हुंदा है 1। बाई डायरैक्शनल है मतलब डेटा आपां माइक्रो प्रोसैसर अपनी साइड तो भेज भी सकता है, तो माइक्रो प्रोसैसर नूं डेटा आ भी सकता है। मतलब एक डेटा बस जिहड़ी हैगी है दो डायरैक्शन दे विच काम करदी है, डाटा लियाउण वास्ते भी ते डाटा भेजण वास्ते भी। एड्रैस बस एक ही डायरैक्शन दे विच है, मतलब एड्रैस सिर्फ कौन भेज सकता है? एड्रैस सिर्फ ते सिर्फ माइक्रो प्रोसैसर भेज सकता है। डेटा माइक्रो प्रोसैसर भेज भी सकता है ते डेटा माइक्रो प्रोसैसर लै भी सकता है। कंट्रोल जिहड़े हैगी है, कंट्रोल बस भी की करदी है, सिर्फ माइक्रो प्रोसैसर ही कंट्रोल बस नूं यूज करदा है डेटा भेजण लई। कंट्रोल सिर्फ कौन कर सकता है? माइक्रो प्रोसैसर। माइक्रो प्रोसैसर नूं कोई कंट्रोल नहीं करता, माइक्रो प्रोसैसर सब नूं कंट्रोल करता है, वो कंट्रोल सिग्नल्स भेजदा गा। हुण तुसीं इत्थे देख रहे हो एड्रैस बस तो सारियां लाइनां बाहर नूं जा रही हैं। इहदा मतलब एड्रैस बस माइक्रो प्रोसैसर तो लैके इनफॉर्मेशन बाहर भेजदी है, मतलब एड्रैस लैके बाहर भेजदी है, चाहे वो मैमरी नूं भेजे, चाहे वो इनपुट डिवाइस नूं भेजे, चाहे वो आउटपुट डिवाइस नूं भेजे। डेटा तुसीं देख रहे हो मैमरी तो लै भी सकदा माइक्रो प्रोसैसर, दे भी सकदा, एरो दोनों साइड बनी है। ते डेटा इनपुट डिवाइस तो लैंदा हुंदा है ते आउटपुट डिवाइस नूं दिंदा हुंदा है। इनपुट डिवाइस तुहानूं पता है लैण वास्ते यूज हुंदा है, आउटपुट डिवाइस देण वास्ते यूज हुंदा है। इनपुट तो डाटा लैंदा है ते आउटपुट नूं वो डाटा दिंदा है। कंट्रोल सिर्फ वो भेजदा है, चाहे वो मैमरी नूं भेजे, चाहे इनपुट नूं भेजे, चाहे वो आउटपुट नूं भेजे। इत्थे लिखिया होया A0 तो लैके A15, 0 तो लैके 15 तक कितनी वैल्यूज हो गई? 16। ठीक है, जिमें 0 तो लैके 4 तक कितनी वैल्यूज हो गई? 5। 0 1 2 3 4 5। जे तुसी 0 तो लैके 5 तक देखोगे 6 वैल्यूज बनदियां ने। उवें ही जे तुसी 0 तो लैके 15 तक देखोगे तो टोटल 16 वैल्यूज बनदियां हैं। मतलब जिहड़ी माइक्रो प्रोसैसर 8085 एड्रैस बस यूज करदा है वो किन्ने बिट दी हुंदी है? 16 बिट दी। मतलब जिन्ने भी एड्रैस माइक्रो प्रोसैसर जनरेट करूगा वो सारे दे सारे 16 बिट दे होणगे। ते डेटा हुंदा है D0 तो लैके D7 तक, यानी कि 8 बिट दा डाटा तुसी भेज सकदे हो। माइक्रो प्रोसैसर लैंदा भी 8 बिट च है
ते दिंदा भी 8 बिट च है। 8 बिट कह लो चाहे बाइट कह लो, उन्हां दा मतलब सेम है। हुण जे तुसी बिट या बाइट नूं समझना है तो प्रीवियस लैक्चर का लिंक मैं पा दूंगी डिस्क्रिप्शन दे विच, ओहदे विच मेंशन हैगा कि बिट की हुंदा है, बाइट की हुंदा है, सारा कुछ एक्सप्लेन किया गया है। सब तो पहला आपां समझांगे कि एड्रैस बस की हुंदी है। जिन्नियां भी बसिस हुंदियां, जिन्ना भी माइक्रो प्रोसैसर है, जिवें आपां पढ़िया है कि माइक्रो प्रोसैसर एक इलैक्ट्रॉनिक डिवाइस है। इलैक्ट्रॉनिक डिवाइस का मतलब ही ये हुंदा है कि उहदे विच वायर्स का कनैक्शन है। ये वायर्स जिहड़ियां हैगियां, जिहड़ियां A0 तो लैके A15 तक वायर्स ने, 16 वायर्स ने, ये सारी दी सारियां वायर्स सिर्फ ते सिर्फ की लैके जांदियां ने, एड्रैस लैके जांदियां ने। वो भी माइक्रो प्रोसैसर भेजदा है। ये यूनीडायरैक्शनल है, जिवें लिखिया गया है कि एड्रैस एक ही डायरैक्शन च जाणगे, चाहे माइक्रो प्रोसैसर मैमरी नूं भेजे, चाहे माइक्रो प्रोसैसर इनपुट या आउटपुट डिवाइस नूं भेजे। हुण इत्थे लिखिया गया कि लेंथ ऑफ एड्रैस बस कितनी है, 16 बिट दी हुंदी है। 16 बिट नूं इत्थे आपां हेक्साडेसिमल डिजिट्स दे नाल लिखदे हैं। एक बिट, एक हेक्साडेसिमल डिजिट 4 बिट दा हुंदा है। एक 4 दा, दूसरा भी 4 दा 8 हो गए, तीसरा भी 4 दा 12 हो गए, चौथा भी 4 दा कितने हो गए, 16 बिट। मतलब एक हेक्साडेसिमल डिजिट नूं आपां 4 बिट नाल लिखदे हैं। 4 बिट नाल इनू लिखांगे, 4 बिट नाल इनू लिखांगे, 4 बिट नाल इनू लिखांगे, 4 बिट नाल इनू लिखांगे। ते हेक्साडेसिमल हुंदे टोटल किन्ने है, 16 हुंदे है। आ लास्ट विच H लिखण दा मतलब यही है, ये दस्सण वास्ते कि आ जिहड़ी वैल्यू लिखी गई है, ये किहदे विच लिखी गई है, हेक्साडेसिमल दे विच लिखी गई है। ते हेक्साडेसिमल दी लास्ट वैल्यू किहड़ी हुंदी है, FFFF। हुण F की हुंदा है, वो अगे अपने कोले नैक्सट पीपीटी है, ओहदे विच आपां नैक्सट स्लाइड दे विच आपां इहनूं समझांगे। जिवें मैं तुहानूं दस्सिया सीगा कि 16 बिट दे एड्रैसेस जनरेट करदा है। 16 बिट A0 तो लैके A15 तक 16 लाइन्स ने इहदे कोले। 16 लाइन्स होण दा मतलब हैगा ते हर मैमरी, हर वैल्यू या तो 0 हो सकती है या 1 हो सकती है, क्योंकि बाइनरी है। कंप्यूटर केड़ी भाषा समझदा है, बाइनरी। बाइनरी हुंदा है 0 या 1, मतलब दो पॉसिबिलिटीज ने, एक 0 एक 1। हर एड्रैस बिट की हो सकती है, या तो 0 हो सकती है या 1। इहदा मतलब कितनियां पॉसिबिलिटीज हो गई, टोटल किन्ने मैमरी एड्रैसेस हो गए, 2 रेज़ टू दी पावर 16। 2 दी पावर कितनी लाई आपां, 16। ਉਹਦੇ ਨਾਲ ਆਪਾਂ ਨੂੰ टोटल मैमरी लोकेशंस किन्ने मिल गए, 65536। ਇਹ पिछली पीपीटीज मैं एक्सप्लेन किया होया है, जिहदा लिंक डिस्क्रिप्शन दे विच है, तुसीं पढ़ सकदे हो। हुण आपां नैक्सट स्लाइड दे विच समझांगे हेक्साडेसिमल नंबर 16 किवें है। 0 तो लैके 9 तक तुहानूं पता ही है किन्ने वैल्यूज हो गई, 10 वैल्यूज हो गई। इत्थे आपां 10 नूं 10 नहीं लिखदे, 10 नूं आपां लिखदे हैं A, 11 नूं आपां लिखदे हैं B, 12 नूं लिखदे हैं आपां C, 13 नूं लिखदे हैं आपां D, 14 लिखदे हैं आपां E ते 15 लिखदे हैं F। इसलिए लास्ट विच F लिखिया गया है, ओहदा मतलब हैगा 15। ते मैं तुहानूं दस्सिया कि हर हेक्साडेसिमल दी जिहड़ी वैल्यू है 4 बिट नाल लिखी जाती है। पहली वाली भी 4 बिट नाल लिखी जाऊगी, दूसरी वाली भी, तीसरी वाली भी, चौथी वाली भी। पहली वाली 0 है तो 0 नूं की लिखोगे, 4 जीरोस। दूसरी वाली भी 0 है, 0 नूं की लिखोगे, 4 जीरोस। 0 नूं लिखण लई तुहानूं कितनी बिट यूज करनी है, 4। अगर 5 हुंदियां तो तुसीं कितने जीरोस लिखते, 5। ते 2 हुंदियां कितने जीरोस लिखते, 2 जीरोस। हुण F दी वैल्यू दा मतलब हुंदा है 15। हुण 15 नूं किवें लिखीदा है बाइनरी दे विच, आ आपां समझदे हां। हुण FFFF नूं आपां 1111 क्यों लिखिया ते 15 किवें बनिया, इनू समझते हैं। आपां चारों 1 लिख ले, इत्थे 4 1 लिखे हुए हैं। जिहड़ा सब तो राइट हैंड साइड हुंदा है, सब तो राइट साइड हुंदा हैगा, सज्जे पासे हुंदा हैगा, उस 1 दे उपर आपां लिखदे हैं 2 रेज़ टू दी पावर 0। दूसरे वाले दे उपर 2 रेज़ टू दी पावर 1, एवें वधदे जाने हैं, 2 रेज़ टू पावर 2, 2 रेज़ टू पावर 3। इत्थे एक होर 1 हुंदा, उत्थे आ जांदा सी 2 रेज़ टू दी पावर 4। हुण देखो
2 रेज़ टू द पावर 0 का मतलब हुंदा है 1, 2 रेज़ टू द पावर 1 का मतलब हो गया 2, 2 रेज़ टू द पावर 2 का मतलब हो गया 4, 2 रेज़ टू पावर 3 का मतलब हो गया 8। 2 रेज़ टू पावर 2 का मतलब हो गया 2 नूं 2 बारी मल्टीप्लाई करो 2 इंटू 2। 2 रेज़ टू पावर 3 का मतलब हो गया 2 नूं 3 बारी मल्टीप्लाई करो 2 इंटू 2 इंटू 2 यानी कि हो गया 8। 2 रेज़ टू पावर 1 का मतलब हो गया 2 नूं 1 बारी मल्टीप्लाई करो 2 रेज़ टू पावर 1। 2 रेज़ टू पावर 0 का मतलब हो गया 2 नूं 0 बारी मल्टीप्लाई करो, मतलब 2 नूं आपां मल्टीप्लाई करना ही नहीं है, इसका मतलब 1 आ गया। किसी दी भी पावर जे 0 हुंदी है उहदी वैल्यू 1 हुंदी है। हुण इन्हां वैल्यूज़ नूं जदों आपस च ऐड करांगे वैल्यू अपने कोले की मिल गई 15 मिल गई ते 15 नूं हेक्साडेसिमल दे विच किवें लिखिया जांदा है f नाल। हुण आ पूरे नूं मिला के बनिया एक f, आ पूरे नूं मिला के बनिया दूजा f, तीजा f ते चौथा f। इस तरीके नाल आपां हेक्साडेसिमल नूं बाइनरी च लिख सकते हैं ते बाइनरी नूं हेक्साडेसिमल दे विच लिख सकते हैं ते हर डिजिट नूं हर हेक्साडेसिमल डिजिट नूं चाहे वो f होवे चाहे 0 होवे चाहे 1 होवे किन्नी बिट नाल लिखना है आपां 4 बिट नाल लिखना है। 4 प्लस 4 प्लस 4 प्लस 4 टोटल कितने बिट्स हो गए 16 बिट्स हो गए। हाँ जी, अगे आपां समझते हैं कि लेंथ आपां एड्रैस बस दी किवें कैलकुलेट करते हैं। ਉਹੀ ਜਿਹੜਾ मैं ਤੁਹਾਨੂੰ प्रीवियसली समझाया कि जिवें 32 बिट दी एड्रैस बस है ਉਹਦੇ किन्ने एड्रैसिस टोटल बनणगे 2 रेज़ टू दी पावर 32 लोकेशंस बनणगे। जे तुसी 2 रेज़ टू दी पावर 32 नूं कैलकुलेट करोगे तो तुहाडे कोले किन्ना आंसर आऊगा 4 GB। एक बाइट नूं लै 4 GB इहदा आंसर आऊगा। हुण GB गीगाबाइट्स की हुंदे हैं वो ऑलरेडी मैं एक्सप्लेन कीते हुए है, प्रीवियस स्लाइड दे विच जाओ, प्रीवियस PPT जो कि डिस्क्रिप्शन दे विच मैंशन है ਉਹਦੇ विच पूरा एक्सप्लेन किया गया है कि GBs की हुंदे है बाइट की हुंदी है। हुण जिहड़ी एक्चुअल मैमरी है वो लिमिट हुंदी है तुहाडी ਇਹਦੇ ਉੱਪਰ डिपेंड करता है कि ਕਿਹੜੀ एड्रैस बस है तो किन्नी मैमरी लोकेशंस होंगी है। बट एक्चुअली ये तो हो गया कि आप किन्नियां एड्रैस लोकेशंस बना सकते हैं, बट किन्नियां एक्चुअली तुसी स्टोर कर सकते हो ये तुहाडा मदरबोर्ड जो आप कंप्यूटर खरीदते हैं जिहदे उपर माइक्रो प्रोसैसर लग्या हुंदा है जिन्हों आप CPU यूनिट कहने हैं, मदरबोर्ड के उपर CPU यूनिट लगी हुंदी है या तुहाडे चिपसैट लग्या हुंदा है, वो चिपसैट डिसाइड करता है कि तुहाडी मैमरी एक्चुअली एड्रैसिस तुसी किन्ने स्टोर कर सकते हो। थ्योरेटिकली आप इन्ने कर सकते हैं, थ्योरेटिकल में थ्योरी दे विच, प्रैक्टिकली किस चीज़ ते डिपेंड करता है तुहाडे मदरबोर्ड या तुहाडा चिप्स जिहड़ियां तुसी मदरबोर्ड दे विच बाय कीते, चिपसैट बाय कीता, खरीदया कंप्यूटर दे विच आया फिजिकली ਉਹ ਚ कितना अलाउ किया गया है। दूसरी चीज़ आ गई तुहाडी डेटा बस। डेटा बस जिवें कि दस्सिया गया सी एक डेटा बस ही हुंदी है जिहड़ा माइक्रो प्रोसैसर तो डेटा लैके भी जा सकती है ते लैके आ भी सकती है। इसदा मतलब इसदी डायरैक्शन किहड़ी है बाय है, ये डेटा दोनों डायरैक्शन दे विच लैके जा सकती है। माइक्रो प्रोसैसर तो मैमरी नूं लैके जा सकती है ते इनपुट आउटपुट डिवाइस ते मैमरी तो माइक्रो प्रोसैसर ते लेके जा सकती है। मतलब माइक्रो प्रोसैसर तिन्नां नूं मैमरी भेज सकदा है, डाटा भेज सकदा है, मैमरी नूं भी भेज सकदा है, आउटपुट डिवाइस नूं भी भेज सकदा है ते मैमरी तो डाटा लै भी सकदा है ते इनपुट डिवाइस तो डाटा लै भी सकदा है, जिवें कि आपां डायग्राम दे विच देखिआ ते लेंथ भी आपां डायग्राम दे विच देखी सी। डेटा बस दी किन्नी हुंदी है 8 बिट, मतलब 8 बिट लेके जा सकदा है। हुण अगर एक हेक्साडेसिमल डिजिट 4 वैल्यूज 4 बिट रिप्रजेंट करती है तो मैनू सिर्फ किन्नी वैल्यूज की लोड़ है, किन्ने डिजिट्स की लोड़ है 2 डिजिट्स की। पहली वैल्यू 4 बिट रिप्रजेंट करूगी, दूसरी वैल्यू 4 बिट, 4 प्लस 4 8 बिट रिप्रजेंट हो जाएंगे इहदे नाल मेरे ते FF तुसी समझ ही चुके हो। इहदे नाल आपां नूं 2-2 डिजिट यूज करने पैने हैं हेक्साडेसिमल दे। उत्थे आपां 4 का तो यूज कीते सी, उत्थे 16 सीगे, 2 8 हो गए ते 4 लिए आपां नूं 16 लिए आपां नूं 4 यूज करने पे। जदों भी कोई राइट ऑपरेशन हुंदा है इहदा मतलब प्रोसैसर राइट करन की कोशिश कर रहा है, ठीक है। इहदा मतलब वो किसी ना किसी मैमरी लोकेशन ते राइट करन नूं डाटा भेज रहा है।
ਜਦੋਂ ਉਹਨੇ ਰੀਡ ਕਰਨਾ ਇਹਦਾ ਮਤਲਬ ਮੈਮਰੀ ਕੰਟਰੋਲਰ ਜਿਹੜਾ ਮੈਮਰੀ ਨੂੰ ਕੰਟਰੋਲ ਕਰਦਾ ਗਾ ਉਹਨੇ ਇਹ ਦੇਖਣਾ ਕਿਹੜੇ ਬਲੌਕ ਚੋਂ ਡਾਟਾ ਮੰਗਿਆ ਗਿਆ ਹੈ ਉਹ ਡੇਟਾ ਬਸ ਤੇ ਪੁੱਟ ਕਰ ਦੂਗਾ। ਜਦੋਂ ਪ੍ਰੋਸੈਸਰ ਨੇ ਮੰਨ ਲਓ ਜਿਵੇਂ ਮੈਂ ਲਿਖਿਆ 4+5 9 ਰਿਜ਼ਲਟ ਆਇਆ, ਰਿਜ਼ਲਟ ਨੂੰ ਮੈਂ ਮੈਮਰੀ ਦੇ ਵਿੱਚ ਸਟੋਰ ਕਰਨਾ ਹੈ। ਇਹਦਾ ਮਤਲਬ ਰਿਜ਼ਲਟ ਕੈਲਕੂਲੇਟ ਕੀਤਾ ਮਾਈਕਰੋ ਪ੍ਰੋਸੈਸਰ ਨੇ, ਪੁੱਟ ਕਿੱਥੇ ਕਰਨਾ ਮੈਂ ਮੈਮਰੀ ਦੇ ਵਿੱਚ ਪੁੱਟ ਕਰਨਾ ਹੈ। ਜਦੋਂ ਮੈਮਰੀ ਦੇ ਵਿੱਚ ਪੁੱਟ ਕਰਨਾ ਇਹਦਾ ਮਤਲਬ ਪ੍ਰੋਸੈਸਰ ਤੋਂ ਇਹ ਲਿਜਾ ਕੇ ਰਾਈਟ ਕੀਤਾ ਜਾਊਗਾ, ਡੇਟਾ ਬਸ ਲੈ ਜੂਗੀ ਤੇ ਮੈਮਰੀ ਦੇ ਵਿੱਚ ਜਾਊਗਾ। ਮਤਲਬ ਡਾਟਾ ਕਿੱਥੋਂ ਫਲੋ ਹੋ ਰਿਹਾ ਮਾਈਕਰੋ ਪ੍ਰੋਸੈਸਰ ਤੋਂ ਮੈਮਰੀ ਦੇ ਵਿੱਚ। ਹੁਣ ਅਗਰ ਉਹਨੇ ਕੋਈ ਵੈਲਿਊ ਰੀਡ ਕਰਨੀ ਹੈ ਜਿਵੇਂ 4+5 ਕਰਨਾ, 4 ਵੀ ਕਿਤੇ ਮੈਮਰੀ 'ਚ ਪਿਆ ਹੈ ਤੇ 5 ਵੀ ਕਿਤੇ ਮੈਮਰੀ 'ਚ ਪਿਆ ਹੈ। ਜਦੋਂ ਉਹਨੇ ਮੈਮਰੀ ਤੋਂ ਰੀਡ ਕਰਨੀ ਹੈ ਦੋਨੋਂ ਵੈਲਿਊਜ਼ ਉਦੋਂ ਮਤਲਬ ਰੀਡ ਆਪਰੇਸ਼ਨ ਵੇਲੇ ਮੈਮਰੀ ਤੋਂ ਆਪਾਂ ਡਾਟਾ ਚੁੱਕ ਕੇ ਡੇਟਾ ਬਸ ਤੇ ਪਾ ਦਿੰਨੇ ਆ ਤੇ ਉਹ ਡੇਟਾ ਬਸ ਲਿਜਾ ਕੇ ਇਹ ਪ੍ਰੋਸੈਸਰ ਨੂੰ ਦੇ ਦਿੰਦੀ ਹੈ ਕਿ ਆ ਲਓ 4 ਵੈਲਿਊ, ਆ ਲਓ 5 ਵੈਲਿਊ। ਜਦੋਂ ਉਹ ਐਗਜ਼ੀਕਿਊਟ ਕਰਕੇ ਰਿਜ਼ਲਟ ਕੱਢਦੀ ਹੈ ਉਹ ਰਿਜ਼ਲਟ ਵਾਪਸ ਆਪਾਂ ਮੈਮਰੀ 'ਚ ਲੈ ਕੇ ਆਉਂਦੇ ਆ, ਫਿਰ ਡੇਟਾ ਬਸ ਪ੍ਰੋਸੈਸਰ ਤੋਂ ਮੈਮਰੀ ਤੱਕ ਡਾਟਾ ਲੈ ਕੇ ਆਉਂਦੀ ਹੈ। ਸਿੰਪਲ ਜੀ ਗੱਲ ਹੈ। ਜੇ ਆਪਾਂ ਰੀਡ ਕਰਨਾ ਹੈ ਡਾਟਾ ਇਹਦਾ ਮਤਲਬ ਆਪਾਂ ਮਾਈਕਰੋ ਪ੍ਰੋਸੈਸਰ ਕੋਲੇ ਡਾਟਾ ਲੈ ਕੇ ਆ ਰਹੇ ਹਾਂ। ਜੇ ਰਾਈਟ ਕਰਨਾ ਹੈ ਡਾਟਾ ਮਤਲਬ ਮਾਈਕਰੋ ਪ੍ਰੋਸੈਸਰ ਉਹ ਡਾਟਾ ਭੇਜ ਰਿਹਾ ਹੈ। ਤੇ ਡੇਟਾ ਬਸ ਜਿਹੜੇ ਹੈਗੇ ਆ ਉਹਦਾ ਸਾਈਜ਼ ਕਿੰਨਾ ਹੋਊਗਾ ਇਹ ਡਿਪੈਂਡ ਕਰਦਾ ਹੈ ਕਿ ਉਹ ਕਿੰਨਾ ਨੰਬਰ ਸਭ ਤੋਂ ਵੱਡਾ ਨੰਬਰ ਉਹ ਕੈਰੀ ਕਰ ਸਕਦੀ ਹੈ। ਜੇ 8 ਬਿਟ ਦੀ ਹੈ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਬਾਈਨਰੀ ਕਰਕੇ ਹਰ ਚੀਜ਼ ਆਪਾਂ 2 ਦੀ ਪਾਵਰ 'ਚ ਲਿਖਦੇ ਹਾਂ ਤੇ 2⁸ ਕਿੰਨੇ ਹੋ ਗਏ ਟੋਟਲ ਮੈਕਸਿਮਮ ਕਿੰਨੀ ਵੈਲਿਊ ਤੱਕ ਲਿਖ ਸਕਦੀ ਹੈ ਇਹ 255 ਕਿਉਂਕਿ 2⁸8 ਕਿੰਨਾ ਹੁੰਦਾ ਹੈ 255 ਹੁੰਦਾ। ਜੇ 16 ਬਿਟ ਦੀ ਹੁੰਦੀ ਤਾਂ ਮੈਕਸਿਮਮ ਵੈਲਿਊ ਕਿੱਥੋਂ ਤੱਕ ਲਿਖ ਸਕਦੀ ਸੀ 65535 ਤੱਕ ਲਿਖ ਸਕਦੀ ਸੀ। ਠੀਕ ਹੈ, ਇਹਦਾ ਮਤਲਬ ਆਪਾਂ ਡੇਟਾ ਬਸ ਕਿੰਨੀ ਮੈਕਸਿਮਮ ਵੈਲਿਊ ਲਿਖ ਸਕਦੀ ਹੈ ਜਾਂ ਰਿਪਰੈਜ਼ੈਂਟ ਕਰ ਸਕਦੀ ਹੈ ਜਾਂ ਕਿੰਨੀ ਵੈਲਿਊ ਆਪਾਂ ਸਟੋਰ ਕਰ ਸਕਦੇ ਹਾਂ ਉਹ ਕੀ ਤੇ ਡਿਪੈਂਡ ਕਰੂਗਾ ਆਪਣੇ ਡੇਟਾ ਬਸ ਦੇ ਉੱਪਰ। ਦ ਲਾਸਟ ਬਸ ਜਿਹੜੀ ਹੁੰਦੀ ਹੈ ਕੰਟਰੋਲ ਬਸ ਹੁੰਦੀ ਹੈ। ਅਗੇਨ ਸਾਰੀਆਂ ਤਰੀਕੇ ਦੀ ਬੱਸਿਸ ਕੀ ਹੁੰਦੀਆਂ ਵਾਇਰਸ ਨਾਲ ਬਣੀਆਂ ਹੁੰਦੀਆਂ ਕਿਉਂਕਿ ਇਹ ਮਾਈਕਰੋ ਪ੍ਰੋਸੈਸਰ ਨਾਲ ਜੁੜੀਆਂ ਹੋਈਆਂ ਤੇ ਮਾਈਕਰੋ ਪ੍ਰੋਸੈਸਰ ਆਪਣਾ ਕੰਪਿਊਟਰ ਕਹਿ ਲਓ ਤੁਸੀਂ ਇੱਕ ਇਲੈਕਟ੍ਰੋਨਿਕ ਡਿਵਾਈਸ ਹੈਗਾ। ਜਿਹੜੀ ਆਪਾਂ ਪਹਿਲੀ ਲਾਈਨ ਪੜ੍ਹਦੇ ਹਾਂ ਕੰਪਿਊਟਰ ਦੀ ਡੈਫੀਨੇਸ਼ਨ 'ਚੋਂ ਇਹੀ ਪੜ੍ਹਦੇ ਹਾਂ ਕਿ ਕੰਪਿਊਟਰ ਇਜ਼ ਐਨ ਇਲੈਕਟ੍ਰੋਨਿਕ ਡਿਵਾਈਸ ਮਤਲਬ ਹਰ ਚੀਜ਼ ਤਾਰਾਂ ਦੇ ਨਾਲ ਬਣੀ ਹੋਈ ਹੈ। ਬੱਸ ਵੀ ਕਿਹਦੇ ਨਾਲ ਬਣੀ ਸੀਗੀ ਤਾਰਾਂ ਨਾਲ ਬਣੀ ਹੋਈ ਹੈ। ਹੁਣ ਕੰਟਰੋਲ ਕਰਨਾ ਮਤਲਬ ਕੰਟਰੋਲ ਸਿਗਨਲ ਭੇਜਣਾ ਕਿਸੇ ਵੀ ਮੈਮਰੀ ਨੂੰ ਭੇਜਣੇ ਚਾਹੇ ਪੈਰੀਫੇਰਲਸ ਯਾਨੀ ਕਿ ਇਨਪੁਟ ਆਊਟਪੁੱਟ ਡਿਵਾਈਸ ਨੂੰ ਭੇਜਣੇ ਕਿਸੇ ਵੀ ਪੈਰੀਫੇਰਲ ਨੂੰ ਭੇਜਣੇ ਜਾਂ ਮੈਮਰੀ ਨੂੰ ਭੇਜਣੇ ਇਹ ਸਾਰਾ ਦਾ ਸਾਰਾ ਕੰਟਰੋਲ ਕਰਨਾ ਜਾਂ ਟਾਈਮਿੰਗ ਭੇਜਣੀ ਇਹ ਸਾਰਾ ਕੰਮ ਕੌਣ ਕਰਦਾ ਹੈ ਕੰਟਰੋਲ ਬਸ ਕਰਦੀ ਹੈ। ਯਾਨੀ ਕਿ ਇਨਡਾਇਰੈਕਟਲੀ ਤੁਸੀਂ ਕਹਿ ਲਓ ਕਿ ਮਾਈਕਰੋ ਪ੍ਰੋਸੈਸਰ ਭੇਜਦਾ ਹੈ ਕਿ ਕੰਟਰੋਲ ਕਰਨ ਲਈ ਕਿਸੇ ਵੀ ਇਨਪੁਟ ਡਿਵਾਈਸ ਨੂੰ ਜਾਂ ਆਊਟਪੁੱਟ ਡਿਵਾਈਸ ਨੂੰ। ਜਿਵੇਂ ਕਿ ਉਹਨੇ ਆਊਟਪੁੱਟ ਭੇਜਣਾ ਹੈ ਡਿਸਪਲੇ ਕਰਨ ਲਈ ਮੋਨੀਟਰ ਤੇ ਉਹ ਪਹਿਲਾਂ ਕੰਟਰੋਲ ਸਿਗਨਲ ਭੇਜੂਗਾ ਚੈੱਕ ਕਰੂਗਾ ਕਿ ਡਿਸਪਲੇ ਡਿਵਾਈਸ ਵਰਕ ਕਰ ਰਿਹਾ ਨਹੀਂ ਕਰ ਰਿਹਾ ਟਾਈਮਿੰਗ ਚੈੱਕ ਕਰੂਗਾ ਕਿ ਉਹ ਟਾਈਮਿੰਗ ਸਿੰਕ ਹੈਗੀ ਹੈ ਕਿ ਉਹ ਰੈਡੀ ਹੈ ਹੁਣ ਟਾਈਮ ਸ਼ੁਰੂ ਕਰ ਦੋ ਫਿਰ ਉਹ ਟਾਈਮ ਰਿਕਾਰਡ ਕਰਦਾ ਕਿੰਨੇ ਟਾਈਮ 'ਚ ਡਾਟਾ ਸੈਂਡ ਕੀਤਾ ਗਿਆ। ਇਹ ਸਾਰਾ ਕੰਟਰੋਲ ਕਰਨਾ ਚੈੱਕ ਕਰਨਾ ਇਹ ਸਾਰੇ ਸਿਗਨਲਸ ਕੌਣ ਸੈਂਡ ਕਰਦਾ ਹੈ ਮਾਈਕਰੋ ਪ੍ਰੋਸੈਸਰ ਕਿਹਦੇ ਥਰੂ ਸੈਂਡ ਕਰਦਾ ਹੈ ਕੰਟਰੋਲ ਬਸ ਦੇ ਥਰੂ। ਕੰਟਰੋਲ ਸਿਗਨਲਸ ਦੇ ਐਗਜ਼ਾਮਪਲ ਦਿੱਤੇ ਗਏ ਹੈ ਮੈਮਰੀ ਰੀਡ ਕਰਨੀ ਮੈਮਰੀ ਰਾਈਟ ਕਰਨੀ ਇਨਪੁਟ ਆਊਟਪੁੱਟ ਨੂੰ ਰੀਡ ਕਰਨਾ ਇਨਪੁਟ ਆਊਟਪੁੱਟ ਰਾਈਟ ਕਰਨਾ ਆਪਕੋਡ ਫੈਚ ਕਰਨਾ। ਆਪਕੋਡ ਕੀ ਹੁੰਦਾ ਹੈ ਕਿਸੇ ਵੀ ਆਪਰੇਸ਼ਨ ਜੋ ਵੀ ਆਪਾਂ ਆਪਰੇਸ਼ਨ ਪਰਫਾਰਮ ਕਰ ਰਹੇ ਹਾਂ ਉਹਦਾ ਕੋਡ ਮੈਮਰੀ ਤੋਂ ਲੈਣ ਵਾਸਤੇ ਫੈਚ ਕਰਨਾ ਹੁੰਦਾ ਲੈਣ ਵਾਸਤੇ ਉਹਨੂੰ ਆਪਕੋਡ ਆਪਰੇਸ਼ਨ ਕੋਈ ਵੀ ਆਪਰੇਸ਼ਨ ਹੋ ਗਿਆ ਜਿਵੇਂ ਪਲੱਸ ਮਾਈਨਸ ਮਲਟੀਪਲਾਈ ਡਿਵਾਈਡ ਐਂਡ ਇੰਨੇ ਤਰ੍ਹਾਂ ਦੇ ਆਪਰੇਸ਼ਨਸ ਹੁੰਦੇ ਆ। ਆਪਰੇਸ਼ਨ ਦਾ ਕੋਡ ਹਰ ਆਪਰੇਸ਼ਨ ਦੇ ਨਾਲ ਜੁੜਿਆ ਹੁੰਦਾ ਹੈ ਉਹਦਾ ਕੋਡ ਉਹ ਸਾਰੇ ਕੋਡ ਕਿੱਥੇ ਪਏ ਹੁੰਦੇ ਆ ਮੈਮਰੀ ਦੇ ਵਿੱਚ ਉਹਨਾਂ ਨੂੰ ਫੈਚ ਕਰਨਾ ਪੈਂਦਾ ਉਹਦੀ ਵੈਲਿਊ ਨੂੰ ਫੈਚ ਕਰਨਾ ਪੈਂਦਾ। ਇਹ ਵੀ ਇੱਕ ਤਰ੍ਹਾਂ ਦਾ ਕੀ ਹੈ ਕੰਟਰੋਲ ਸਿਗਨਲ। ਜਦੋਂ ਵੀ ਮੈਮਰੀ ਨੂੰ ਰੀਡ ਕਰਨਾ ਉਦੋਂ ਆਪਾਂ ਨੂੰ ਪਹਿਲਾਂ ਕਿਹੜਾ ਸਿਗਨਲ ਭੇਜਣਾ ਪਊਗਾ ਮੈਮਰੀ ਰੀਡ ਦਾ। ਜਦੋਂ ਮੈਮਰੀ 'ਚ ਰਾਈਟ ਕਰਨਾ ਉਦੋਂ ਆਪਾਂ ਨੂੰ ਕਿਹੜਾ ਸਿਗਨਲ ਭੇਜਣਾ ਪਊਗਾ ਮੈਮਰੀ ਰਾਈਟ ਦਾ।
ਐਵੇਂ ਹੀ ਇਨਪੁਟ ਆਊਟਪੁਟ ਰਾਈਟ ਦਾ, ਐਵੇਂ ਹੀ ਇਨਪੁਟ ਆਊਟਪੁਟ ਰੀਡ ਦਾ। ਹੁਣ ਇਹ ਸਿਗਨਲ ਜਾਂਦੇ ਕਿਹਨੂੰ ਹੈ? ਮੈਮਰੀ ਰੀਡ ਤੇ ਰਾਈਟ ਦਾ ਸਿਗਨਲ ਜਾਂਦਾ ਮੈਮਰੀ ਕੰਟਰੋਲਰ ਨੂੰ, ਜਿਹੜਾ ਆਪਾਂ ਪਿੱਛੇ ਦੇਖਿਆ। ਇਨਪੁਟ ਆਊਟਪੁਟ ਰੀਡ ਰਾਈਟ ਇਨਪੁਟ ਆਊਟਪੁਟ ਕੰਟਰੋਲਰ ਨੂੰ ਜਾਂਦਾ ਹੈ। ਇਹ ਕੰਟਰੋਲਰ ਇਨਪੁਟ ਆਊਟਪੁਟ ਡਿਵਾਈਸ ਨੂੰ ਕੰਟਰੋਲ ਕਰਦਾ ਹੈ, ਮੈਮਰੀ ਕੰਟਰੋਲਰ ਮੈਮਰੀ ਨੂੰ ਕੰਟਰੋਲ ਕਰਦਾ ਹੈ। ਉਹ ਫਰਦਰ ਫਿਰ ਚੈੱਕ ਕਰਦਾ ਹੈ ਕਿ ਮੈਮਰੀ ਦੇ ਵਿੱਚ ਰੀਡ ਹੋਣਾ ਚਾਹੀਦਾ ਹੈ, ਰਾਈਟ ਹੋਣਾ ਚਾਹੀਦਾ ਹੈ। ਇਨਪੁਟ ਆਊਟਪੁਟ ਕੰਟਰੋਲਰ ਚੈੱਕ ਕਰਦਾ ਹੈ ਕਿ ਇਨਪੁਟ ਆਊਟਪੁਟ ਰੀਡ ਹੋਣਾ ਚਾਹੀਦਾ ਹੈ, ਰਾਈਟ ਹੋਣਾ ਚਾਹੀਦਾ ਹੈ। ਇਹਦੇ ਲਈ ਕੰਟਰੋਲ ਬੱਸ ਬਣਾਈ ਜਾਂਦੀ ਹੈ। ਅਗਰ ਇੱਕ ਹੀ ਲਾਈਨ ਹੈਗੀ ਹੈ ਕੰਟਰੋਲ ਬੱਸ ਦੇ ਵਿੱਚ ਤਾਂ ਜਾਂ ਤਾਂ ਉਹ ਰੀਡ ਲਈ ਯੂਜ਼ ਕਰੂਗੀ ਜਾਂ ਉਹ ਰਾਈਟ ਲਈ ਯੂਜ਼ ਕਰੂਗੀ। ਅਗਰ ਵਾਇਰ ਦੇ ਵਿੱਚ ਕੋਈ ਵੀ ਇਲੈਕਟ੍ਰਿਸਿਟੀ ਨਹੀਂ ਹੈਗੀ, ਇਹਦਾ ਮਤਲਬ ਮੈਮਰੀ ਨੂੰ ਰੀਡ ਕੀਤਾ ਜਾ ਰਿਹਾ ਹੈ। ਅਗਰ ਬਹੁਤ ਜ਼ਿਆਦਾ ਇਲੈਕਟ੍ਰਿਸਿਟੀ ਹਾਈ ਵੋਲਟੇਜ ਆ ਰਹੀ ਹੈ, ਇਹਦਾ ਮਤਲਬ ਮੈਮਰੀ ਦੇ ਵਿੱਚ ਰਾਈਟ ਕੀਤਾ ਜਾ ਰਿਹਾ ਹੈ। ਕਿਸ ਤਰੀਕੇ ਨਾਲ ਆਪਾਂ ਸਮਝਦੇ ਹਾਂ ਮੈਮਰੀ ਰੀਡ ਆਪਰੇਸ਼ਨ ਹੋਣਾ ਹੈ ਜਾਂ ਰਾਈਟ ਆਪਰੇਸ਼ਨ ਹੋਣਾ ਹੈ? ਇਸ ਤਰੀਕੇ ਨਾਲ ਸਿਗਨਲ ਹੈ, ਕਿਉਂਕਿ ਵਾਇਰ ਦੇ ਵਿੱਚ ਜਾਂ ਤਾਂ ਕਰੰਟ ਫਲੋ ਕਰੂਗਾ ਜਾਂ ਕਰੰਟ ਫਲੋ ਨਹੀਂ ਕਰੂਗਾ। ਜੇ ਕਰੰਟ ਫਲੋ ਕਰ ਰਿਹਾ ਹੈ, ਇਹਦਾ ਮਤਲਬ ਆਪਾਂ ਮੈਮਰੀ ਰਾਈਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਕਰੰਟ ਫਲੋ ਨਹੀਂ ਕਰ ਰਿਹਾ, ਇਹਦਾ ਮਤਲਬ ਆਪਾਂ ਮੈਮਰੀ ਰੀਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਕੌਨਸਟੈਂਟਲੀ ਇਹ ਚੀਜ਼ ਚੱਲਦੀ ਰਹਿੰਦੀ ਹੈ। ਕੌਨਸਟੈਂਟਲੀ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਕਿ ਮੈਮਰੀ ਰੀਡ ਹੋ ਰਹੀ ਹੈ ਜਾਂ ਰਾਈਟ ਹੋ ਰਹੀ ਹੈ। ਇਸ ਟੌਪਿਕ ਦੇ ਨਾਲ ਆਪਾਂ ਨੂੰ ਕਲੀਅਰ ਹੋ ਗਿਆ ਕਿ ਜਿਹੜਾ ਮਾਈਕਰੋ ਪ੍ਰੋਸੈਸਰ ਹੈ ਉਹ 3 ਤਰੀਕੇ ਦੀ ਬੱਸਿਸ ਨੂੰ ਯੂਜ਼ ਕਰਦਾ ਹੈ: ਐਡਰੈਸ ਬੱਸ, ਡਾਟਾ ਬੱਸ ਤੇ ਕੰਟਰੋਲ ਬੱਸ। ਤਿੰਨਾਂ ਦਾ ਹੀ ਕੰਮ ਬਹੁਤ ਜ਼ਰੂਰੀ ਹੈ। ਇੱਕ ਡਾਟਾ ਨੂੰ ਲੈ ਕੇ ਜਾਂਦੀ ਹੈ, ਇੱਕ ਐਡਰੈਸ ਨੂੰ ਲੈ ਕੇ ਜਾਂਦੀ ਹੈ ਤੇ ਇੱਕ ਕੰਟਰੋਲ ਕਰਦੀ ਹੈ ਕਿ ਸਹੀ ਤਰੀਕੇ ਨਾਲ ਰੀਡ ਐਂਡ ਰਾਈਟ ਪਹਿਲਾਂ ਰੀਡ ਹੋ ਰਿਹਾ ਕਿ ਰਾਈਟ ਹੋ ਰਿਹਾ। ਜੇ ਆਪਾਂ ਨੂੰ ਇਹ ਡਿਫਰੈਂਸ ਹੀ ਨਹੀਂ ਪਤਾ ਲੱਗੂਗਾ ਫਿਰ ਆਪਰੇਸ਼ਨ ਗਲਤ ਹੋ ਜਾਊਗਾ। ਕੰਟਰੋਲ ਬਸ ਆਪਾਂ ਨੂੰ ਆਪਰੇਸ਼ਨ ਦੱਸਦੀ ਹੈ ਕਿਸ ਤਰੀਕੇ ਦਾ ਕਰਨਾ ਹੈ, ਰੀਡ ਕਰਨਾ ਹੈ ਕਿ ਰਾਈਟ ਕਰਨਾ ਹੈ। ਫਿਰ ਕਿੱਥੋਂ ਕਰਨਾ ਹੈ ਉਹ ਐਡਰੈਸ ਬੱਸ ਦੱਸਦੀ ਹੈ ਤੇ ਕਿਹੜਾ ਕਰਨਾ ਹੈ ਉਹ ਡੇਟਾ ਬੱਸ ਦੱਸਦੀ ਹੈ। ਮਤਲਬ ਤਿੰਨਾਂ ਦਾ ਆਪਣਾ ਆਪਣਾ ਕੰਮ ਹੈ ਤੇ ਤਿੰਨੋਂ ਹੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਹੈ ਕਿਸੇ ਵੀ ਡਾਟਾ ਨੂੰ ਲੈ ਕੇ ਜਾਣ 'ਚ, ਲੈ ਕੇ ਆਉਣ 'ਚ, ਐਗਜ਼ੀਕਿਊਟ ਕਰਨ 'ਚ, ਰੀਡ ਕਰਨ 'ਚ ਜਾਂ ਰਾਈਟ ਕਰਨ 'ਚ। ਇਹ ਤਿੰਨੋਂ ਹੀ ਬੱਸਿਸ ਪੈਰਲਲ ਵੀ ਹੋ ਸਕਦੀਆਂ ਤੇ ਸੀਰੀਅਲ ਵੀ ਹੋ ਸਕਦੀਆਂ। ਜੇ ਡਾਟਾ ਉਹ ਸੀਰੀਅਲੀ ਲੈ ਕੇ ਜਾ ਰਹੀ ਹੈ ਤਾਂ ਸੀਰੀਅਲ ਬੱਸ ਕਹਿਲਾਉਂਦੀਆਂ। ਜੇ ਡਾਟਾ ਉਹ ਪੈਰਲਲ ਮੋਡ 'ਚ ਲੈ ਕੇ ਜਾ ਰਹੀ ਹੈ ਤਾਂ ਉਹ ਪੈਰਲਲ ਬੱਸਿਸ ਕਹਿਲਾਉਂਦੀਆਂ ਨੇ। ਅੱਜ ਦਾ ਟੌਪਿਕ ਇੱਥੇ ਹੀ ਖਤਮ ਹੁੰਦਾ ਹੈ।